ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਲੈ ਕੇ ਖਬਰ ਪੜਤਾਲ ਦਾ ਇਹ ਖਾਸ ਪ੍ਰੋਗਰਾਮ। ਪੰਜਾਬ ਦੇ ਨਾਲ ਸੰਬੰਧਿਤ ਖਾਸ ਮਸਲਿਆਂ ਦੇ ਉੱਤੇ ਚਰਚਾ ਕਰਦੇ ਹਾਂ। ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਰੇੜਕਾ ਬਣਿਆ ਹੋਇਆ ਹੈ। ਫਿਲਮੀ ਡਾਇਲੋਗਾਂ ਦੇ ਮੁਤਾਬਿਕ ਤਾਰੀਖ ਤੇ ਤਾਰੀਖ ਫਿਰ ਕਿਸਾਨਾਂ ਨੂੰ ਮਿਲਦੀ ਜਾ ਰਹੀ ਹੈ। ਬੀਤੇ ਦਿਨਾਂ ਦੇ ਵਿੱਚ ਹੋਈ ਕੇਂਦਰ ਕਿਸਾਨ ਮੀਟਿੰਗ ਫਿਰ ਤੋਂ ਬੇਸਿੱਟਾ ਰਹੀ ਹੈ। ਬੇਸਿੱਟਾ ਰਹਿਣ ਦੇ ਪਿੱਛੇ ਕਾਰਨ ਕੀ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੀਆਂ ਕੀ ਗਤੀਵਿਧੀਆਂ ਹੋਣਗੀਆਂ, ਇਸ ਦੇ ਉੱਤੇ ਚਰਚਾ ਜਿਸ ਪ੍ਰੋਗਰਾਮ ਦੇ ਵਿੱਚ ਵਿਸਥਾਰ ਦੇ ਨਾਲ ਕਰਾਂਗੇ। ਤੇ ਨਾਲ ਹੀ ਗੱਲ ਕਰਾਂਗੇ ਮਮਤਾ ਬੈਨਰਜੀ ਦੇ ਬਾਰੇ। ਉਹਨਾਂ ਦਾ ਭਾਜਪਾ ਦੇ ਨਾਲ ਕਿਸਾਨਾਂ ਨੂੰ ਲੈ ਕੇ ਰੀੜਕਾ ਵਾਧਾ ਨਜ਼ਰ ਆ ਰਿਹਾ ਤੇ ਪੰਜਾਬ ਦੇ ਮਸਲਿਆਂ ਦੇ ਉੱਤੇ ਵੀ ਚਰਚਾ ਕਰਾਂਗੇ। ਪਹਿਲਾਂ ਸੁਰਿੰਦਰ ਡੱਲਾ ਹੁਣਾਂ ਦਾ ਸਵਾਗਤ ਕਰਾਂਗੇ, ਫਿਰ ਚਰਚਾ ਦੇ ਵੱਲ ਵਧਾਂਗੇ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ, ਸਾਰਿਆਂ ਦੀ ਬਹੁਤ ਬਹੁਤ ਧੰਨਵਾਦ। ਡੱਲਾ ਜੀ ਇੱਕ ਵਾਰ ਫਿਰ ਤੋਂ ਤਰੀਕ ਮਿਲ ਚੁੱਕੀ ਹੈ ਕਿਸਾਨਾਂ ਨੂੰ 8 ਜਨਵਰੀ ਦੀ, ਤੇ ਬੀਤੀ ਰਾਤ ਜੋ 4 ਜਨਵਰੀ ਦੀ ਬੈਠਕ ਹੋਈ ਉਹ ਫਿਰ ਬੇਸਿੱਟਾ ਰਹੀ ਹੈ। ਕਿੱਦਾਂ ਵੇਖ ਰਹੇ ਹੋ ਸਰਕਾਰ ਦੇ ਵੱਲੋਂ ਲਗਾਤਾਰ ਬੇਸਿੱਟਾ ਮੀਟਿੰਗਾਂ ਦੇ ਇਸ ਦੌਰ ਨੂੰ? ਦੇਖੋ, ਇੱਕ ਤਾਂ ਬਹੁਤ ਅਫਸੋਸਜਨਕ ਰਿਹਾ ਕੱਲ ਦਾ ਦਿਨ। ਮੈਨੂੰ ਆਸ ਸੀ ਕਿ ਕੇਂਦਰ ਕਿਤੇ ਨਾ ਕਿਤੇ ਕਿਸਾਨਾਂ ਨੂੰ ਖੁਸ਼ ਕਰਕੇ ਵਾਪਸ ਭੇਜੇਗਾ। ਇੰਨਾ ਲੰਬਾ ਸੰਘਰਸ਼, ਇੰਨੀ ਵੱਡੀ ਗਿਣਤੀ 'ਚ ਗਗਨ ਸ਼ਹਾਦਤਾਂ, ਔਰ ਕੱਲ ਦੀ ਮੀਟਿੰਗ ਦੇ ਵਿੱਚ ਦੇਖੋ ਮੰਤਰੀ ਵੀ ਕਿਸਾਨ ਵੀ ਸਾਰਿਆਂ ਨੇ ਸ਼ਰਧਾਂਜਲੀਆਂ ਵੀ ਦਿੱਤੀਆਂ। ਇੱਕ ਗੱਲ ਤਾਂ ਸਾਫ਼ ਹੋ ਗਈ, ਜਿਹੜੀ ਸ਼ਰਧਾਂਜਲੀ ਦਿੱਤੀ ਹੈ ਜਿਹੜੇ ਲੋਕ ਸ਼ਹੀਦ ਹੋਏ ਨੇ, ਇੱਕ ਗੱਲ ਤਾਂ ਸਾਫ਼ ਹੋ ਗਈ ਕਿ ਮੰਤਰੀਆਂ ਨੂੰ ਪਤਾ ਲੱਗ ਗਿਆ ਕਿ ਸਾਰੇ ਕਿਸਾਨ ਹੀ ਸੀ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ। ਸੋ ਅੱਖਾਂ ਖੁੱਲਣ ਤੋਂ ਬਾਅਦ ਵੀ ਖੇਤੀ ਕਾਨੂੰਨਾਂ ਦੇ ਮਾਮਲੇ ਤੇ ਢਿੱਲ ਮੱਠ ਵਾਲਾ ਰਵੱਈਆ ਅਖਤਿਆਰ ਕਰਨਾ ਕੇਂਦਰ ਦਾ, ਮੈਨੂੰ ਇਹ ਲੱਗਦਾ ਜਾਂ ਤਾਂ ਕੇਂਦਰ ਪਰਖ ਕਰ ਰਿਹਾ ਕਿਸਾਨਾਂ ਦੀ ਵੀ ਕਿਸਾਨ ਹੌਲੀ ਹੌਲੀ ਥੱਕ ਜਾਣ ਤੇ ਅਸੀਂ ਕੋਈ ਦੂਜਾ ਰਾਹ ਤਲਾਸ਼ੀਏ। ਪਰ ਜਿਹੜੇ ਕਿਸਾਨ ਨੇ, ਪੰਜਾਬ ਦੇ ਕਿਸਾਨ ਖਾਸ ਤੌਰ ਤੇ, ਇਹ ਹੱਕ ਤੇ ਸੱਚ ਦੇ ਅੰਦੋਲਨਾਂ ਤੋਂ ਕਦੀ ਨਹੀਂ ਭੱਜਦੇ। ਦੇਖੋ, ਸਾਡੇ ਚਾਹੇ 80 ਸਾਲ ਦੇ ਬਜ਼ੁਰਗ ਨੇ, 80 ਸਾਲ ਦੀਆਂ ਸਾਡੀਆਂ ਬੇਬੇ ਬਾਪੂ ਉੱਥੇ ਪ੍ਰੋਟੈਸਟ ਤੇ ਬੈਠੇ ਨੇ, ਨੌਜਵਾਨ ਮੁੰਡੇ ਵੀ ਉੱਥੇ ਨੇ, ਔਰ ਸ਼ਾਂਤੀਪੂਰਵਕ ਤਰੀਕੇ ਨਾਲ, ਅਮਨੋ ਅਮਾਨ ਦੇ ਨਾਲ ਉੱਥੇ ਸੰਘਰਸ਼ ਕਰ ਰਹੇ ਨੇ। ਔਰ ਕੱਲ ਦੀ ਮੀਟਿੰਗ ਦੇ ਵਿੱਚ ਜਦੋਂ ਮੀਟਿੰਗ ਸ਼ੁਰੂ ਹੋਈ ਗਗਨ, ਸਭ ਤੋਂ ਪਹਿਲਾਂ ਤਾਂ ਮੰਤਰੀਆਂ ਦੇ ਨਾਲ ਬੈਠਕ ਹੋਈ, ਮੰਤਰੀਆਂ ਦੀ ਅਫਸਰਾਂ ਦੇ ਨਾਲ ਬੈਠਕ ਹੋਈ। ਜਦੋਂ ਮੰਤਰੀਆਂ ਔਰ ਅਫਸਰਾਂ ਦੀ ਮੀਟਿੰਗ ਹੋ ਰਹੀ ਸੀ ਤੇ ਉਸ ਵੇਲੇ ਮੈਨੂੰ ਵੀ ਇਹ ਲੱਗਿਆ ਕਿ ਸ਼ਾਇਦ ਸਰਕਾਰ ਮਨ ਬਣਾ ਕੇ ਆਈ ਹੈ, ਇੱਕ ਵਾਰੀ ਅਫਸਰਾਂ ਦੇ ਨਾਲ ਮਸ਼ਵਰਾ ਕਰਕੇ ਕਿਸਾਨਾਂ ਨੂੰ ਕੋਈ ਮਸੌਦਾ ਪੇਸ਼ ਕੀਤਾ ਜਾਏਗਾ। ਕੋਈ ਆਪਣੇ ਵੱਲੋਂ ਕਿਸਾਨਾਂ ਨੂੰ ਇੱਕ ਏਜੰਡਾ ਸਰਕਾਰ ਹੈ ਜਿਹੜੀ ਅੱਜ ਪੇਸ਼ ਕਰੂਗੀ। ਮੈਨੂੰ ਲੱਗਦਾ ਸੀ ਸਰਕਾਰ ਕਿਸਾਨਾਂ ਅੱਗੇ ਇਹ ਏਜੰਡਾ ਪੇਸ਼ ਕਰੂਗੀ ਕਿ ਅਸੀਂ ਇਹ ਜਿਹੜੇ ਖੇਤੀ ਕਾਨੂੰਨ ਨੇ ਇਹਨਾਂ ਨੂੰ ਅਸੀਂ ਇਸ ਰੂਪ ਦੇ ਵਿੱਚ ਪ੍ਰਭਾਵਹੀਣ ਕਰ ਸਕਦੇ ਹਾਂ ਜਾਂ ਰੱਦ ਕਰ ਸਕਦੇ ਹਾਂ, ਜੇ ਮੈਂ ਸਿੱਧਾ ਹੀ ਸ਼ਬਦ ਵਰਤ ਲਾਂ, ਤੇ ਅਸੀਂ ਹੌਲੀ ਹੌਲੀ ਗੱਲਬਾਤ ਦੇ ਨਾਲ ਇੱਕ ਇੱਕ ਕਰਕੇ ਇਹਨਾਂ ਨੂੰ ਅਸੀਂ ਖਤਮ ਕਰਕੇ ਇਹਨਾਂ ਦੀ ਜਗ੍ਹਾ ਤੇ ਅਸੀਂ ਨਵੇਂ ਕਾਨੂੰਨ ਲਿਆਵਾਂਗੇ। ਮੈਨੂੰ ਇੰਝ ਲੱਗਦਾ ਸੀ। ਫਿਰ ਮੈਨੂੰ ਇੰਝ ਲੱਗਦਾ ਸੀ ਕਿ MSP ਦੇ ਆਲੇ ਦੁਆਲੇ ਕਾਨੂੰਨੀ ਢਾਂਚਾ ਬਣਨ ਦੀ ਗੱਲ ਕਰਨਗੇ ਅਫਸਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਸਾਨਾਂ ਅੱਗੇ, ਕਿ ਅਸੀਂ MSP ਨੂੰ ਤੁਹਾਨੂੰ ਲਿਖਤੀ ਜਿਹੜੀ ਅਸੀਂ ਗਰੰਟੀ ਕਹੀ ਸੀ ਉਹਦੇ ਨਾਲ ਨਾਲ ਅਸੀਂ MSP ਨੂੰ ਕਾਨੂੰਨੀ ਤੌਰ ਤੇ ਬੰਨ੍ਹਦੇ ਹਾਂ ਤੇ ਉਹਦੀ ਪ੍ਰਕਿਰਿਆ ਤੇ ਅਸੀਂ ਅੱਗੇ ਵਧਾਂਗੇ। ਮੈਨੂੰ ਸੀਗਾ ਕਿ ਆਹ ਗੱਲ ਜਿਹੜੀ ਹੈ ਕਿਸਾਨਾਂ ਦੇ ਨਾਲ ਕੀਤੀ ਜਾਊਗੀ, ਪਰ ਹੋਇਆ ਇਸ ਤੋਂ ਬਿਲਕੁਲ ਉਲਟ। ਔਰ ਇੱਕ ਵਾਰੀ ਫਿਰ ਮੰਤਰੀਆਂ ਨੇ, ਖਾਸ ਤੌਰ ਤੇ ਕੇਂਦਰੀ ਖੇਤੀਬਾੜੀ ਮੰਤਰੀ ਨੇ, ਉਹ ਕਹਿੰਦੇ ਕਿ ਬਿੰਦੂਵਾਰ ਗੱਲਬਾਤ ਅਸੀਂ ਕਰਨਾ ਚਾਹ ਰਹੇ ਸੀ, ਪੁਆਇੰਟ ਟੂ ਪੁਆਇੰਟ ਗੱਲਬਾਤ ਕਰਨਾ ਚਾਹ ਰਹੇ ਸੀ, ਜਦਕਿ ਮੈਨੂੰ ਸਾਫ਼ ਯਾਦ ਹੈ 29 ਦਸੰਬਰ ਨੂੰ ਜਿਹੜਾ ਮਸੌਦਾ ਭੇਜਿਆ ਸੀ ਕਿਸਾਨਾਂ ਨੇ, ਉਹਨਾਂ ਨੇ ਕਿਹਾ ਸੀ ਕਿ ਅਸੀਂ ਗੱਲ ਕਰਾਂਗੇ ਖੇਤੀ ਕਾਨੂੰਨ ਨੂੰ ਰੱਦ ਕਰਨ ਦੀ ਪ੍ਰਕਿਰਿਆ ਤੇ ਜੀ, ਔਰ MSP ਨੂੰ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਤੇ, ਔਰ ਇਲੈਕਟ੍ਰਿਸਿਟੀ ਆਰਡੀਨੈਂਸ ਨੂੰ ਰੱਦ ਕਰਨ ਦੀ ਪ੍ਰਕਿਰਿਆ ਤੇ, ਔਰ ਪਰਾਲੀ ਦੇ ਜੁਰਮਾਨੇ ਵਾਲੀ ਮਦ ਨੂੰ ਰੱਦ ਕਰਨ ਦੀ ਪ੍ਰਕਿਰਿਆ ਤੇ। 29 ਦੀ ਮੀਟਿੰਗ 30 ਨੂੰ ਕੀਤੀ ਗਈ। 30 ਦੀ ਮੀਟਿੰਗ 'ਚ ਦੋ ਗੱਲਾਂ ਤਾਂ ਮੰਨ ਲਈਆਂ ਕਿ ਅਸੀਂ ਪਰਾਲੀ ਦਾ ਕਾਨੂੰਨ ਰੱਦ ਕਰਾਂਗੇ, ਨਿਯਮ ਜਿਹੜਾ ਆਰਡੀਨੈਂਸ ਦੇ ਵਿੱਚ ਰੂਲ ਬਣਿਆ ਜੀ, ਔਰ ਅਸੀਂ ਇਲੈਕਟ੍ਰਿਸਿਟੀ ਡਰਾਫਟ ਬਿੱਲ ਨੂੰ ਹਜੇ ਨਹੀਂ ਲੈ ਕੇ ਆਵਾਂਗੇ। ਇਹ ਦੋ ਗੱਲਾਂ ਤਾਂ ਮੰਨ ਲਈਆਂ। ਪਰ ਅੱਜ 4 ਦੀ ਮੀਟਿੰਗ, ਜਦੋਂ ਉਹਨਾਂ ਨੇ 30 ਤਰੀਕ ਤੋਂ ਬਾਅਦ 4 ਤਰੀਕ ਦਾ ਸਮਾਂ ਦਿੱਤਾ, 5ਵੇਂ ਦਿਨ ਮੀਟਿੰਗ ਹੋਈ 31 ਦਸੰਬਰ ਤੋਂ ਬਾਅਦ, 5 ਦਿਨ ਹੋ ਗਏ 4 ਨੂੰ ਕੱਲ, ਤੇ ਆਪਾਂ ਨੂੰ ਲੱਗਿਆ ਸੀ ਕਿ ਮੰਤਰੀਆਂ ਨਾਲ ਮੀਟਿੰਗ ਹੋ ਰਹੀ ਸੀ ਲਗਾਤਾਰ, ਵੀ ਹੁਣ ਇਹ ਕਹਿਣਗੇ ਵੀ ਅਸੀਂ ਇਹ ਪ੍ਰਕਿਰਿਆ ਨਾਲ ਕਾਨੂੰਨ ਖਤਮ ਕਰਾਂਗੇ ਔਰ ਇਸ ਪ੍ਰਕਿਰਿਆ ਨਾਲ ਅਸੀਂ MSP ਨੂੰ ਕਾਨੂੰਨ ਬਣਾਵਾਂਗੇ। ਪਰ ਬੜਾ ਅਫਸੋਸ ਹੈ ਕਿ ਇਸ ਦੇ ਉਲਟ ਰਵੱਈਆ ਪੇਸ਼ ਹੋਇਆ, ਜਿਸ ਤੋਂ ਬਾਅਦ ਇੱਕ ਵਾਰੀ ਤਾਂ ਜਿਹੜੇ ਕਿਸਾਨ ਆਗੂ ਨੇ ਉੱਥੇ ਖੜੇ ਹੋ ਗਏ ਸੀ, ਇੱਕ ਵਾਰੀ ਤਾਂ ਕੀ ਨਾਮ ਹੈ ਉਹਨਾਂ ਦਾ, ਬਲਵੀਰ ਸਿੰਘ ਰਾਜੇਵਾਲ, ਬਲਵੀਰ ਸਿੰਘ ਰਾਜੇਵਾਲ, ਉਹ ਤਾਂ ਇੱਕ ਵਾਰੀ ਖੜੇ ਹੋ ਗਏ ਸੀ। ਕਹਿੰਦੇ ਜੇ ਤੁਸੀਂ ਕਾਨੂੰਨ ਰੱਦ ਕਰਨ ਦੀ ਪ੍ਰਕਿਰਿਆ ਤੇ ਗੱਲ ਨਹੀਂ ਕਰਨੀ ਤੇ ਫਿਰ ਇਸ ਮੀਟਿੰਗ ਦਾ ਕੋਈ ਫਾਇਦਾ ਨਹੀਂ ਜੀ। ਫਿਰ ਉੱਥੇ ਮਾਹੌਲ ਹੈ ਜਿਹੜਾ
ਹੋਰ ਵੀ ਕਿਸਾਨਾਂ ਨੇ ਇਤਰਾਜ਼ ਜਤਾਇਆ, ਬਲਬੀਰ ਸਿੰਘ ਰਾਜੇਵਾਲ ਖੜੇ ਹੋਏ, ਹੋਰ ਕਿਸਾਨਾਂ ਨੇ ਵੀ ਇਤਰਾਜ਼ ਜਤਾਇਆ ਮੀਟਿੰਗ 'ਚ ਵੀ ਨਹੀਂ ਅਸੀਂ ਤਾਂ ਚਾਹੁੰਦੇ ਹਾਂ ਤੁਸੀਂ ਕਾਨੂੰਨ ਰੱਦ ਕਰੋ, ਆਪਾਂ ਗੱਲ ਕਾਨੂੰਨ ਰੱਦ ਕਰਨ ਦੇ ਲਈ ਬੈਠੇ ਹਾਂ। ਤੇ ਕੇਂਦਰ ਦਾ ਫਿਰ ਉਹੀ ਮਤ ਸੀ ਮੰਤਰੀਆਂ ਦਾ ਕਿ ਆਪਾਂ ਪੁਆਇੰਟਵਾਰ ਗੱਲ ਕਰੀਏ, ਬਿੰਦੂਵਾਰ ਗੱਲ ਕਰੀਏ। ਸੋ ਬਿੰਦੂਵਾਰ ਇੱਕ ਇੱਕ ਪੁਆਇੰਟ ਤੇ ਗੱਲ ਕਰਨ ਦੇ ਲਈ ਕਿਸਾਨ ਨਹੀਂ ਗਏ ਸੀ। ਸੋ ਅਲਟੀਮੇਟਲੀ ਉਸ ਤੋਂ ਬਾਅਦ ਫਿਰ ਮੀਟਿੰਗ ਹੈ ਜਿਹੜੀ, ਦੇਖੋ ਜ਼ਿਆਦਾ ਲੰਬੀ ਨਹੀਂ ਚੱਲੀ ਮੀਟਿੰਗ 6 ਵਜੇ ਤੋਂ ਕੁਝ ਸਮਾਂ ਪਹਿਲਾਂ ਹੀ ਖਤਮ ਹੋ ਗਈ ਮੀਟਿੰਗ ਜੀ। ਆਮ ਤੌਰ ਤੇ ਮੀਟਿੰਗ 8-8 9-9 ਵਜੇ ਤੱਕ ਚੱਲਦੀਆਂ ਸੀ, ਆਪਾਂ ਪਿਛਲੀਆਂ ਮੀਟਿੰਗਾਂ ਦੇਖੀਆਂ। ਸੋ 6 ਵਜੇ ਤੋਂ ਪਹਿਲਾਂ ਮੀਟਿੰਗ ਖਤਮ ਹੋ ਗਈ ਔਰ ਬੇਨਤੀਜਾ ਮੀਟਿੰਗ ਖਤਮ ਹੋਈ ਹੈ। ਮੈਨੂੰ ਇਹ ਲੱਗਦਾ ਹੈ ਕਿਸਾਨ ਜਥੇਬੰਦੀਆਂ ਦੇ ਆਗੂ ਗਗਨ ਅੱਜ ਇੱਕ ਵਾਰੀ ਫੇਰ ਬੈਠਕ ਕਰਨਗੇ ਔਰ ਹੁਣ ਇਹ ਤੈਅ ਕਰਨਗੇ ਕਿ ਅਸੀਂ 8 ਵਾਲੀ ਮੀਟਿੰਗ 'ਚ ਜਾਣਾ ਹੈ ਜਾਂ ਨਹੀਂ ਜਾਣਾ। ਕਿਉਂਕਿ ਨਰਿੰਦਰ ਤੋਮਰ ਕਹਿ ਰਹੇ ਨੇ ਕਿ ਸਾਡੀ ਗੱਲ ਹੋ ਗਈ, ਨਰਿੰਦਰ ਤੋਮਰ ਕਹਿ ਰਹੇ ਨੇ ਸਾਡੀ ਕਿਸਾਨਾਂ ਨਾਲ ਗੱਲ ਹੋ ਗਈ, ਸਹਿਮਤੀ ਬਣ ਗਈ, ਅਸੀਂ ਮੀਟਿੰਗ ਹੈ ਜਿਹੜੀ 8 ਵਾਲੀ ਜਿਹੜੀ ਹੈ ਮਿਲ ਜੁਲ ਕੇ ਰੱਖ ਲਈ। ਮੈਂ ਚਾਹੂੰਗਾ ਗਗਨ ਸਾਡੇ ਹੋਰ ਕਿਸਾਨ ਨੇ ਛੋਟੀ ਛੋਟੀ ਗੱਲ ਅੱਜ ਦੀ ਮੀਟਿੰਗ ਬਾਰੇ ਉਹਨਾਂ ਦੀ ਜੇ ਤੁਸੀਂ ਸੁਣਾ ਦਿਓ ਤਾਂ ਆਪਾਂ ਫਿਰ ਗੱਲ ਨੂੰ ਅੱਗੇ ਵਧਾਈਏ। ਅੱਜ ਕੋਈ ਖਾਸ ਗੱਲਬਾਤ ਨਹੀਂ ਹੋਈ, ਬੇਸਿੱਟਾ ਨੂੰ ਅਸੀਂ ਮੀਟਿੰਗ ਨੂੰ ਕਵਾਂਗੇ। ਅਸੀਂ ਬਹੁਤ ਉਮੀਦਾਂ ਦੇ ਨਾਲ ਜਿਹੜੇ ਕਿਸਾਨ ਸੰਗਠਨਾਂ ਦੇ ਪ੍ਰਧਾਨ ਸੀ ਉਹ ਆਏ ਸੀ ਕਿ ਅੱਜ ਸਾਡੀ ਗੱਲਬਾਤ ਜਿਹੜੀ ਉਹ ਸਿਰੇ ਚੜ ਜੂਗੀ, ਪਰ ਗੱਲਬਾਤ ਚੋਂ ਕੁਝ ਨਿਕਲਿਆ ਨਹੀਂ। 8 ਤਰੀਕ ਅੱਗੇ ਰੱਖੀ ਗਈ ਆ। पूरी तरीके से बैठक रही है बेनतीजा। सरकार ने 3 कानूनों में सुधार के लिए चर्चाएं की। हम लोगों ने कहा कि हम उस पर कोई चर्चा नहीं करना चाहते संशोधन को लेकर। हमारा स्टैंड है, एक बार नहीं हमने 20 बार कहा, एक ही बात बोली कि आप तो इन तीनों कानूनों को रद्द करें, MSP पे चर्चा करें। ਹੁਣ 8 ਤਰੀਕ ਨੂੰ ਹੋਊਗੀ ਇਹਨਾਂ ਮੁੱਦਿਆਂ ਦੇ ਉੱਤੇ। ਇਹ ਮੀਟਿੰਗ ਬੇਸਿਕ ਆ ਰਹੀ ਆ, ਕੋਈ ਇਹਦਾ ਸਿੱਟਾ नहीं निकला। कोई बातचीत में कुछ नहीं हुआ, कुछ नहीं निकला। जो बातचीत हुई है उधर कानूनों के ऊपर 3 कानून रद्द करने के लिए, MSP का कानून बनाने के लिए बातचीत होना था और 3 कानून रद्द करने की सरकार की कोई मंशा नहीं है। वो सरकार का इरादा नहीं है। सरकार वहाँ पर ही खड़ी है जहाँ पर पहले खड़ी थी। सरकार कानूनों को रद्द करने के लिए तैयार नहीं, जथेबंदियां इससे नीचे बात करने के लिए तैयार नहीं। ਤੇ ਡੱਲਾ ਜੀ ਜੋ ਆਪਾਂ ਗੱਲਬਾਤ ਸੁਣੀ ਹੈ ਇਸ ਦੇ ਵਿੱਚ ਚਰਚਾ ਇਹ ਵੀ ਰਹੀ ਹੈ ਕਿ ਜੋ ਕਿਸਾਨਾਂ ਨੇ ਲੰਗਰ ਲੈ ਕੇ ਆਂਦਾ, ਪਿਛਲੀ ਵਾਰ ਇਸ ਲੰਗਰ ਦੀ ਚਰਚਾ ਸੀ ਕਿ ਜਿਹੜੇ ਮੰਤਰੀ ਨੇ ਉਹਨਾਂ ਨੇ ਲੰਗਰ ਨਾਲ ਛਕਿਆ, ਪਰ ਅੱਜ ਦੀ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਸਰਕਾਰ ਨੂੰ ਲੱਗ ਪਹਿਲਾਂ ਹੀ ਰਿਹਾ ਸੀ ਕਿ ਅੱਜ ਦੀ ਮੀਟਿੰਗ ਬੇਸਿੱਟਾ ਰਹਿਣੀ ਹੈ, ਕਿਸਾਨਾਂ ਦੇ ਨਾਲ ਲੰਗਰ ਨਹੀਂ ਛਕਿਆ ਗਿਆ ਉਹਨਾਂ ਦੇ ਵੱਲੋਂ। ਤੇ ਇਸ ਦੇ ਉੱਤੇ ਕਿਸਾਨਾਂ ਦਾ ਪਹਿਲਾਂ ਹੀ ਕਹਿਣਾ ਸੀ ਕਿ ਅਸੀਂ ਮੀਟਿੰਗ ਦੇ ਵਿੱਚੋਂ ਜਦੋਂ ਉੱਠ ਕੇ ਬਾਹਰ ਆਏ ਹਾਂ ਤੇ ਅਸੀਂ ਇਹ ਗੱਲ ਕਹਿ ਕੇ ਆਏ ਸੀ ਕਿ ਕਿਸੇ ਨੇ ਵੀ ਮੰਤਰੀਆਂ ਦੇ ਨਾਲ ਖੜੇ ਹੋ ਕੇ ਫੋਟੋ ਨਹੀਂ ਕਰਾਉਣੀ, ਕਿਸੇ ਨੇ ਵੀ ਮੰਤਰੀਆਂ ਦੇ ਨਾਲ ਕੋਈ ਗੱਲਬਾਤ ਨਹੀਂ ਕਰਨੀ, ਕਿਉਂਕਿ ਅੱਜ ਕੋਈ ਸਿੱਟਾ ਨਹੀਂ ਹੈ। ਦੇਖੋ ਕਿਉਂਕਿ ਉਹ ਏਜੰਡਾ ਦੇਖੋ ਸਰਕਾਰ ਕਿਤੇ ਨਾ ਕਿਤੇ ਇਸ ਨੀਤੀ ਤੇ ਕੰਮ ਕਰ ਰਹੀ ਸੀ ਗਗਨ ਕਿ ਅਸੀਂ ਕਿਸਾਨਾਂ ਦੇ ਨਾਲ ਚਾਹ ਪੀਏ, ਕਿਸਾਨਾਂ ਦੇ ਨਾਲ ਅਸੀਂ ਲੰਗਰ ਛਕੀਏ ਤੇ ਕਿਸਾਨ ਵੀ ਸਾਡੇ ਨਾਲ ਹੱਸ-ਹੱਸ ਕੇ ਗੱਲਾਂ ਕਰਨ। ਕਿਸਾਨ ਜਦੋਂ ਸਾਡੇ ਨੇੜੇ ਆਣਗੇ ਉਹਨਾਂ ਦੀਆਂ ਤਸਵੀਰਾਂ ਹੋਣ, ਫਿਰ ਸਰਕਾਰ ਵੱਲੋਂ ਵੀ ਉਹ ਫੋਟੋਆਂ ਜਾਰੀ ਕੀਤੀਆਂ ਜਾਂਦੀਆਂ ਨੇ ਪ੍ਰੈਸ ਨੋਟਾਂ ਦੇ ਨਾਲ। ਸੋ ਉਹਦੇ ਨਾਲ ਲੋਕਾਂ 'ਚ ਸਰਕਾਰ ਇਹ ਸੁਨੇਹਾ ਦੇਣਾ ਚਾਹੁੰਦੀ ਸੀ ਵੀ ਦੇਖੋ ਅੰਦਰ ਤਾਂ ਕਿਸਾਨ ਸਾਡੇ ਨਾਲ ਬੜੇ ਖੁਸ਼ ਨੇ ਜੀ, ਸਾਡੇ ਹਮਖਿਆਲੀ ਬਣੇ ਹੋਏ ਨੇ ਕਿਸਾਨ ਆਗੂ ਤਾਂ ਅੰਦਰ ਸਾਡੇ ਨਾਲ। ਸਰਕਾਰਾਂ ਕਈ ਵਾਰੀ ਇਹ ਵੀ ਸੁਨੇਹਾ ਦੇਣਾ ਚਾਹੁੰਦੀਆਂ ਹੁੰਦੀਆਂ ਨੇ ਅੰਦੋਲਨਕਾਰੀਆਂ ਦੇ ਨਾਲ, ਤਾਂ ਕਿ ਜਿਹੜਾ ਅੰਦੋਲਨ ਹੈ ਉਹਨੂੰ ਕਮਜ਼ੋਰ ਕੀਤਾ ਜਾ ਸਕੇ, ਤਾਂ ਕਿ ਦੂਜੇ ਲੋਕ ਇਹ ਸੋਚਣ ਕਿ ਅਸੀਂ ਉਡੀਕ ਰਹੇ ਸੀ ਕਿ ਅੰਦਰ ਮੀਟਿੰਗ ਹੋ ਰਹੀ ਹੈ, ਮੀਟਿੰਗ 'ਚ ਪਤਾ ਨਹੀਂ ਕੀ ਹੋ ਰਿਹਾ, ਕਿੰਨਾ ਤਕਰਾਰ ਹੋ ਰਿਹਾ, ਕਿੰਨਾ ਜ਼ੋਰ ਕਿਸਾਨ ਲਾ ਰਹੇ ਨੇ, ਇਹ ਤਾਂ ਅੰਦਰ ਹੱਸ-ਹੱਸ ਫੋਟੋਆਂ ਖਿਚਾ ਰਹੇ ਨੇ, ਜਦਕਿ ਇਹ ਹਕੀਕਤ ਨਹੀਂ ਹੁੰਦੀ। ਪਰ ਬਾਹਰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਤਸਵੀਰਾਂ ਜਾਰੀ ਕੀਤੀਆਂ ਜਾਂਦੀਆਂ ਨੇ ਔਰ ਤਸਵੀਰਾਂ ਮੀਟਿੰਗ ਦੀਆਂ ਹੁੰਦੀਆਂ ਨੇ। ਸੋ ਇਸੇ ਕਰਕੇ ਕਿਸਾਨਾਂ ਨੇ ਤੈਅ ਕਰ ਲਿਆ ਸੀ ਕਿ ਅਸੀਂ ਐਤਕੀ ਫੋਟੋ ਨਹੀਂ ਖਿਚਵਾਉਣੀਆਂ। ਮੈਂ ਕਹੂੰਗਾ ਬੜਾ ਚੰਗਾ ਕੀਤਾ। ਕਿਸਾਨਾਂ ਨੂੰ ਵੀ ਆਪਣਾ ਪ੍ਰੋਟੋਕਾਲ ਤੈਅ ਕਰਨ ਦਾ ਹੱਕ ਹੈ ਔਰ ਇੱਕ ਸੰਤੋਸ਼ਜਨਕ ਗੱਲ ਇਹ ਹੈ ਵੀ ਜਿੰਨੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਗਗਨ, ਉਹ ਸਾਰੇ ਬੜੇ ਸਿਆਣੇ ਨੇ, ਸੂਝਵਾਨ ਨੇ ਔਰ ਉਹ ਕਿਸੇ ਵੀ ਪੁਰਾਣੇ ਤਜਰਬੇ ਤੋਂ ਤੁਰੰਤ ਸਿੱਖ ਲੈ ਲੈਂਦੇ ਨੇ ਔਰ ਉਸ ਤੋਂ ਬਾਅਦ ਉਹ ਦੁਬਾਰਾ ਉਸ ਤਜਰਬੇ ਨੂੰ ਨਹੀਂ ਦੁਹਰਾਉਂਦੇ। ਆਪਾਂ ਦੇਖ ਰਹੇ ਹਾਂ ਕਿ ਹੁਣ ਕਿਸਾਨਾਂ ਨੇ, ਮੈਨੂੰ ਲੱਗਦਾ ਹੈ ਅੱਜ ਜਾਂ ਕੱਲ੍ਹ 'ਚ ਫਿਰ ਮੀਟਿੰਗ ਕਰਨਗੇ ਗਗਨ ਕਿਸਾਨ, ਔਰ ਕਿਸਾਨਾਂ ਨੇ ਇਹ ਗੱਲ ਤੈਅ ਕਰ ਲੈਣੀ ਹੈ ਕਿ ਅਸੀਂ ਕਿਸੇ ਵੀ ਕੀਮਤ ਤੇ ਹੁਣ 8 ਵਾਲੀ ਮੀਟਿੰਗ 'ਚ ਨਹੀਂ ਜਾਣਾ। ਮੈਨੂੰ ਲੱਗਦਾ ਹੈ ਕਿ ਕਿਸਾਨ ਤੈਅ ਕਰਨਗੇ ਹੁਣ ਅਸੀਂ 8 ਵਾਲੀ ਮੀਟਿੰਗ 'ਚ ਨਹੀਂ ਜਾਣਾ, ਹੁਣ ਅਸੀਂ ਸਰਕਾਰ ਨਾਲ ਉਦੋਂ ਮੀਟਿੰਗ ਕਰਾਂਗੇ ਜਦੋਂ ਸਰਕਾਰ ਕਹੂਗੀ ਕਿ ਅਸੀਂ ਕਾਨੂੰਨ ਰੱਦ ਕਰਨ ਲਈ ਤਿਆਰ ਹਾਂ ਤੇ ਕਾਨੂੰਨ ਰੱਦ ਕਰਨ ਦੀ ਪ੍ਰਕਿਰਿਆ ਤੇ ਆਓ ਆਪਾਂ ਗੱਲਬਾਤ ਕਰੀਏ। ਜਦੋਂ ਸਰਕਾਰ ਇਹ ਸ਼ਬਦ ਵਰਤੂਗੀ ਅਸੀਂ ਕਾਨੂੰਨ ਰੱਦ ਕਰਨ ਦੀ ਪ੍ਰਕਿਰਿਆ ਤੇ ਗੱਲਬਾਤ ਕਰਨ ਲਈ ਤਿਆਰ ਹਾਂ, ਮੈਨੂੰ ਲੱਗਦਾ ਕਿਸਾਨ ਹੁਣ ਉਦੋਂ ਮੀਟਿੰਗ ਲਈ ਜਾਣਗੇ, ਨਹੀਂ ਤਾਂ ਕਿਸਾਨਾਂ ਨੇ ਮੀਟਿੰਗ ਤੇ ਨਹੀਂ ਜਾਣਾ। ਔਰ ਕਿਸਾਨ ਹੁਣ ਦੇਖੋ 6 ਤਰੀਕ ਨੂੰ 6 ਜਨਵਰੀ ਨੂੰ ਕਿਸਾਨਾਂ ਨੇ ਟਰੈਕਟਰ ਰੈਲੀ ਰੱਖੀ ਹੈ, ਸੋ ਟਰੈਕਟਰ ਮਾਰਚ ਕੱਢਣਗੇ। ਇਸੇ ਤਰ੍ਹਾਂ 6 ਤੋਂ 20 ਜਨਵਰੀ ਤੱਕ ਉਹਨਾਂ ਨੇ ਦੇਸ਼ ਭਰ 'ਚ ਪ੍ਰੋਟੈਸਟ ਕਰਨੇ ਨੇ। ਜਿਹੜੇ ਗਵਰਨਰ ਹਾਊਸ ਨੇ ਉੱਥੇ ਮੰਗ ਪੱਤਰ ਦੇਣਗੇ, ਡਿਪਟੀ ਕਮਿਸ਼ਨਰਾਂ ਨੂੰ ਵੀ ਮੰਗ ਪੱਤਰ ਦਿੱਤੇ ਜਾ ਸਕਦੇ ਨੇ, ਰੋਸ ਮਾਰਚ ਕੀਤੇ ਜਾਣਗੇ। ਔਰ ਤੁਸੀਂ ਦੇਖੋ ਗੁੜਗਾਵਾਂ ਤੋਂ
ਜਿਹੜੇ ਹੋਰ ਕਿਸਾਨ ਕੱਲ ਆ ਰਹੇ ਸੀ ਦਿੱਲੀ, ਉਹਨਾਂ ਨੂੰ ਆਉਣ ਨਹੀਂ ਦਿੱਤਾ ਗਿਆ। ਜੀ ਗੁੜਗਾਵਾਂ ਰਾਜਸਥਾਨ ਹਰਿਆਣਾ ਬਾਰਡਰ ਤੇ ਦੇਖੋ, ਕਿਸਾਨ ਪੰਜਾਬ ਵਾਲੇ ਵੀ ਹਰਿਆਣੇ ਰਾਜਸਥਾਨ ਵਾਲੇ ਵੀ ਵਾਇਆ ਹਰਿਆਣਾ ਆਉਂਦੇ, ਹਰਿਆਣੇ ਚੋਂ ਲੰਘ ਕੇ ਆਉਂਦੇ। ਜੀ ਖੱਟਰ ਸਰਕਾਰ ਨੇ ਹੁਕਮ ਦੇ ਰੱਖੇ ਨੇ ਅਫਸਰਾਂ ਨੂੰ ਵੀ ਆਪਾਂ ਕਿਸਾਨ ਨੂੰ ਲੰਘਣ ਨਹੀਂ ਦੇਣਾ ਹਰਿਆਣੇ ਚੋਂ। ਹੁਣ ਉਹ ਰਾਜਸਥਾਨ ਵਾਲਿਆਂ ਨਾਲ ਵੀ ਉਹੀ ਰਵੱਈਆ ਰੱਖ ਰਹੇ ਨੇ, ਰੋਕਾਂ ਲਾਤੀਆਂ ਰਸਤੇ 'ਚ, ਬੈਰੀਕੇਡ ਲਾਤੇ, ਪਾਣੀ ਦੀਆਂ ਬੁਛਾਰਾਂ ਪਾਤੀਆਂ, ਸੋਟੀਆਂ ਦਿਖਾਤੀਆਂ ਕਿਸਾਨਾਂ ਨੂੰ, ਔਰ ਅੱਜ ਨਹੀਂ ਕਿਸਾਨਾਂ ਨੂੰ ਆਉਣ ਦਿੱਤਾ ਗਿਆ। ਔਰ ਮੈਨੂੰ ਹੁਣ ਇਹ ਲੱਗਦਾ ਕਿ ਜਿਹੜੇ ਅੰਦੋਲਨਕਾਰੀ ਕਿਸਾਨ ਨੇ ਇਹ ਹੁਣ ਸ਼ਰਤ ਰੱਖਣਗੇ, ਦਬਾਅ ਰੱਖਣਗੇ ਕਿ ਸਾਡੇ ਦੂਜੇ ਕਿਸਾਨਾਂ ਨੂੰ ਵੀ ਆਉਣ ਦਿੱਤਾ ਜਾਵੇ, ਔਰ ਇਹ ਅੰਦੋਲਨ ਜਿਹੜਾ ਸ਼ਾਂਤੀਪੂਰਵਕ ਹੀ ਰਹੂਗਾ, ਪ੍ਰੋਟੈਸਟ ਸ਼ਾਂਤੀਪੂਰਵਕ ਹੀ ਹੋਣਗੇ। ਪਰ ਹੁਣ ਦੇਸ਼ ਦੇ ਹੋਰ ਕਿਸਾਨ ਵੀ ਮੈਨੂੰ ਲੱਗਦਾ ਗਗਨ ਨਾਲ ਆ ਸਕਦੇ। ਜੀ ਤੇ ਡੱਲਾ ਜੀ, ਇਸ ਤੱਕ ਜੋ 8 ਜਨਵਰੀ ਦੀ ਬੈਠਕ ਹੈ ਉਸ ਨੂੰ ਲੈ ਕੇ ਚਰਚਾਵਾਂ ਇਸ ਕਰਕੇ ਨੇ ਕਿਉਂਕਿ ਕਿਸਾਨਾਂ ਨੇ ਪਹਿਲਾਂ ਹੀ 6 ਜਨਵਰੀ ਨੂੰ ਜੋ ਟਰੈਕਟਰ ਮਾਰਚ ਦਾ ਐਲਾਨ ਕੀਤਾ, ਉਸ ਤੋਂ ਬਾਅਦ 15 ਜਨਵਰੀ ਨੂੰ ਭਾਜਪਾ ਨੇਤਾਵਾਂ ਦਾ ਘਿਰਾਓ ਕਰਨ ਦੀ ਗੱਲ ਉਹਨਾਂ ਨੇ ਕਹੀ ਹੈ ਤੇ ਉਸ ਤੋਂ ਬਾਅਦ ਗੱਲ 23 ਜਨਵਰੀ ਤੇ 26 ਜਨਵਰੀ ਦੀ ਆ ਜਾਂਦੀ ਹੈ। ਕਿਸਾਨਾਂ ਨੇ ਵੱਖੋ ਵੱਖਰੇ ਪ੍ਰੋਗਰਾਮ ਪਹਿਲਾਂ ਹੀ ਜਾਰੀ ਕਰ ਦਿੱਤੇ ਨੇ। ਕੀ ਸਰਕਾਰ ਨੂੰ ਨਹੀਂ ਚਾਹੀਦਾ ਸੀ ਕਿ ਜਿਹੜੀ 6 ਜਨਵਰੀ ਦੀ ਮੀਟਿੰਗ ਤੋਂ ਪਹਿਲਾਂ ਹੀ ਕੱਲ ਨੂੰ ਇੱਕ ਮੀਟਿੰਗ ਰੱਖ ਲੈਂਦੀ ਤਾਂ ਜੋ ਟਰੈਕਟਰ ਰੈਲੀ ਤੋਂ ਪਹਿਲਾਂ ਹੀ ਨੂੰ ਸੁਲਝਾਇਆ ਜਾ ਸਕਦਾ? ਦੇਖੋ, ਮੈਨੂੰ ਤਾਂ ਇਹ ਲੱਗਦਾ ਹੈ ਕਿ ਜੇ 4 ਜਨਵਰੀ ਦੀ ਮੀਟਿੰਗ ਰੱਖੀ ਹੈ, ਇੰਨੇ ਦਿਨ ਸਰਕਾਰ ਕਿਉਂ ਪਾ ਰਹੀ ਹੈ? ਜੀ ਸਰਕਾਰ ਨੂੰ ਪਤਾ, ਦੇਖੋ ਦਿੱਲੀ 'ਚ ਬਰਸਾਤ ਹੋ ਰਹੀ ਹੈ, ਐਡੀ ਕੜਾਕੇ ਦੀ ਠੰਡ ਹੈ, ਦੁਨੀਆ ਤੋਂ ਲੋਕ ਜਾ ਰਹੇ ਨੇ, ਅੱਜ ਮੰਤਰੀਆਂ ਨੇ ਆਪ ਸ਼ਰਧਾਂਜਲੀਆਂ ਦਿੱਤੀਆਂ ਨੇ। ਤੇ ਸਰਕਾਰ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਇੰਨੀ ਜ਼ਿਆਦਾ ਠੰਡ ਹੈ, ਅਸੀਂ ਪੜਾਅਵਾਰ ਰੋਜ਼ ਮੀਟਿੰਗ ਕਰੀਏ। ਅਗਰ ਅੱਜ ਮੀਟਿੰਗ ਦਾ ਨਤੀਜਾ ਨਹੀਂ ਨਿਕਲਿਆ ਤੇ ਕੱਲ ਮੀਟਿੰਗ ਰੱਖੀ ਜਾਣੀ ਚਾਹੀਦੀ ਸੀ। ਦੇਖੋ, ਇੱਕ ਤਾਂ ਪਹਿਲਾਂ ਹੀ ਲੰਚ ਤੋਂ ਬਾਅਦ ਮੀਟਿੰਗ 2 ਵਜੇ ਦੀ ਰੱਖਦੇ ਆ, 2 ਵਜੇ ਤੱਕ ਤਾਂ ਅੱਧਾ ਦਿਨ ਮੁੱਕ ਜਾਂਦਾ। ਬੈਂਕਾਂ ਵਾਲੇ ਤਾਂ 5 ਵਜੇ ਬੰਦ ਕਰਕੇ ਵੀ ਚਲੇ ਜਾਂਦੇ ਗਗਨ। ਬਿਲਕੁਲ 2 ਵਜੇ ਤੋਂ ਬਾਅਦ ਤਾਂ ਮੈਨੂੰ ਲੱਗਦਾ ਬੈਂਕਾਂ 'ਚੋਂ ਪੈਸੇ ਨਹੀਂ ਨਿਕਲਦੇ, ਤੇ ਸਰਕਾਰ ਮੀਟਿੰਗ ਵੀ 2 ਵਜੇ ਰੱਖਦੀ ਹੈ। ਕਿਸਾਨ ਤਾਂ 5:30 ਵਜੇ ਉੱਠ ਕੇ ਆਪਣੇ ਜ਼ਰੂਰੀ ਨਿਤਨੇਮ ਵੀ ਕਰ ਲੈਂਦੇ ਨੇ, ਹੈ ਜੀ। ਜੀ ਸੋ ਕਿਸਾਨ ਰਾਤ ਜਾਗ ਕੇ ਦਿਨ ਰਾਤ ਉੱਥੇ ਗੁਰਬਾਣੀ ਦਾ ਪਾਠ ਕਰਦੇ ਨੇ, ਗੁਰਬਾਣੀ ਸਰਵਣ ਕਰਦੇ ਨੇ, ਸੰਘਰਸ਼ ਦੀ ਰੂਪਰੇਖਾ ਉਲੀਕਦੇ ਨੇ, ਦੂਸਰਿਆਂ ਨੂੰ ਪ੍ਰੇਰਦੇ ਨੇ ਵੀ ਆਪਾਂ ਕਿਸੇ ਤਰ੍ਹਾਂ ਦਾ ਅੰਦੋਲਨ ਖਰਾਬ ਨਹੀਂ ਕਰਨਾ, ਸ਼ਾਂਤੀਪੂਰਵਕ ਰੱਖਣਾ। ਤੇ ਉਹ 2 ਵਜੇ ਨੂੰ ਪਹੁੰਚੇ ਹੁੰਦੇ ਨੇ ਸਾਰੇ। ਤੇ ਮੰਤਰੀ ਮੈਨੂੰ ਲੱਗਦਾ ਗਗਨ ਇੱਕ ਤਾਂ ਜਾਂ ਤਾਂ ਉੱਠਦੇ ਨਹੀਂ ਹੋਣੇ ਜਲਦੀ, ਜੀ 2 ਵਜੇ ਦੀ ਮੀਟਿੰਗ ਰੱਖਦੇ। ਅਫਸਰ ਵੈਸੇ ਵੀ ਮੈਂ ਸੁਣਿਆ ਕਿ ਅਫਸਰ ਨੇ ਜਿਹੜੇ ਉਹਨਾਂ ਦਾ ਕੋਈ ਹਾਜ਼ਰੀ ਤਾਂ ਲੱਗਦੀ ਨਹੀਂ। ਸਾਡੇ ਮੁਲਾਜ਼ਮਾਂ ਦੀ ਤਾਂ ਕਈ ਵਾਰੀ ਹਾਜ਼ਰੀ ਚੈੱਕ ਹੋ ਜਾਂਦੀ, ਅਫਸਰਾਂ ਦੀ ਕਹਿੰਦੇ ਹਾਜ਼ਰੀ ਹੁਜ਼ਰੀ ਵੀ ਨਹੀਂ ਚੈੱਕ ਹੁੰਦੀ ਜ਼ਿਆਦਾ। ਜੀ ਆ ਦਿੱਲੀ 'ਚ ਮੈਂ ਦੇਖਿਆ ਕਹਿੰਦੇ ਵੱਡੇ ਅਫਸਰਾਂ ਦੇ ਤਾਂ ਉਹ ਮਸ਼ੀਨਾਂ ਜਿਹੀਆਂ ਲੱਗੀਆਂ, ਅੰਗੂਠਾ ਜਿਹਾ ਲਾ ਦਿੰਦੇ ਆ, ਤੇ ਉਹਦੇ ਵੀ ਕਹਿੰਦੇ ਕੋਈ ਤਕਨੀਕ ਹੈ, ਉਹ ਅੰਗੂਠਾ ਲੱਗੇ ਨਾ ਲੱਗੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ, ਉਹਨਾਂ ਦੀ ਕਿਹੜਾ ਤਨਖਾਹ ਕੱਟਣੀ ਕਿਸੇ ਨੇ। ਜੀ ਸੋ ਇਸ ਕਰਕੇ 2 ਵਜੇ ਦੀਆਂ ਮੀਟਿੰਗਾਂ ਰੱਖਦੇ ਨੇ ਵੀ ਆਪਾਂ ਪਿਕਨਿਕ ਵਾਲੀ ਮੀਟਿੰਗ ਥੋੜੀ ਰੱਖੀ ਹੈ ਜੀ। ਬਿਲਕੁਲ ਵੀ ਸਵੇਰੇ 10 ਵਜੇ ਮੀਟਿੰਗ ਰੱਖੋ। ਆ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਬਾਹਰ 9:30 ਵਜੇ ਪਿੰਡਾਂ ਤੋਂ ਲੋਕ ਪਹੁੰਚ ਜਾਂਦੇ ਨੇ, ਆ ਕੇ ਸ਼ਹਿਰ ਵਾਲੇ ਲੋਕ ਆਪਣੇ ਕੰਮ ਕਰਾਉਣੇ 9 ਵਜੇ ਪਹੁੰਚ ਜਾਂਦੇ ਨੇ। ਇਹ 2 ਵਜੇ ਤੋਂ ਪਹਿਲਾਂ ਮੀਟਿੰਗ ਨਹੀਂ ਰੱਖਦੇ, ਮੈਂ ਹੈਰਾਨ ਬੜਾ। ਇਹ ਕੀ ਕਰਨਗੇ ਜ਼ਿੰਦਗੀ 'ਚ ਜਿਨ੍ਹਾਂ ਨੇ ਮੀਟਿੰਗ ਹੀ 2 ਵਜੇ ਕਰਨੀ ਹੈ ਜੀ, ਹੈ ਜੀ। ਬਿਲਕੁਲ ਸੋ ਤਾਂ ਹੀ ਜਿਹੜਾ ਕੰਮ ਹੈ ਇਹ ਲੋਟ ਆਊਗਾ। 2 ਵਜੇ ਮੀਟਿੰਗ ਦਾ ਕੋਈ ਮਤਲਬ ਨਹੀਂ। ਸੋ ਜਲਦੀ ਮੀਟਿੰਗ ਹੋਣੀ ਚਾਹੀਦੀ ਹੈ, ਸੋ ਲੜੀਵਾਰ ਮੀਟਿੰਗ ਹੋਣੀ ਚਾਹੀਦੀ ਹੈ। ਕੱਲ ਨਹੀਂ ਹੋਈ, ਅੱਜ ਨਹੀਂ, ਅਗਰ ਗੱਲ ਨੇਪਰੇ ਚੜੀ ਸਵੇਰੇ ਫਿਰ 10 ਵਜੇ ਬੈਠੋ, 10 ਵਜੇ ਤੋਂ ਲੈ ਕੇ ਤੁਸੀਂ 5 ਵਜੇ ਤੱਕ ਮੀਟਿੰਗ ਕਰੋ, 8 ਵਜੇ ਤੱਕ ਕਰੋ ਭਾਵੇਂ, ਪਰ ਰੋਜ਼ ਮੀਟਿੰਗ ਕਰਨੀ ਚਾਹੀਦੀ ਹੈ। 4-4 ਦਿਨ ਪਾਉਣ ਦਾ ਮਤਲਬ ਕੀ ਹੈ? ਇਹੀ ਹੈ 4-4 ਦਿਨ ਪਾਉਣ ਦਾ ਮਤਲਬ ਕਿ ਕਿਸਾਨਾਂ ਦੇ ਹੌਸਲੇ ਪਸਤ ਹੋ ਜਾਣ, ਇਹਨਾਂ ਦੇ ਹੌਸਲੇ ਟੁੱਟ ਜਾਣ, ਇਹਨਾਂ 'ਚ ਖੰਡਾ ਪੈ ਜੇ, ਇਹਨਾਂ 'ਚ ਫਰਕ ਪੈ ਜੇ, ਇਹਨਾਂ 'ਚ ਮਨਮੁਟਾਵ ਹੋ ਜਾਣ ਤੇ ਅਸੀਂ ਇਹਨਾਂ ਨੂੰ ਦਿੱਲੀੋਂ ਵਾਪਸ ਭੇਜਣ ਜੋਗੇ ਹੋ ਜਾਈਏ ਤੇ ਸਾਡਾ ਸਿਆਸੀ ਨੁਕਸਾਨ ਨਾ ਹੋਵੇ ਤੇ ਇਹਨਾਂ ਦਾ ਕੋਈ ਫਾਇਦਾ ਨਾ ਹੋਵੇ। ਜੀ ਸ਼ਾਇਦ ਆਹੀ ਸੋਚ ਹੈ, ਨਹੀਂ ਤਾਂ ਰੋਜ਼ ਮੀਟਿੰਗ ਕਰ ਸਕਦੇ ਸੀ ਜੀ। ਇੱਥੇ ਕਿਹੜਾ ਆਪਾਂ ਡੇਟ ਕਢਾਉਣੀ ਹੈ ਕਿਸੇ ਤੋਂ ਵੀ ਆਪਾਂ ਮੀਟਿੰਗ ਕਦੋਂ ਕਰੀਏ, ਜਾਂ ਸਮਾਂ ਕਢਾਉਣਾ ਕਿਸੇ ਤੋਂ ਵੀ 2 ਵਜੇ ਤੋਂ ਪਹਿਲਾਂ ਮੀਟਿੰਗ ਨਹੀਂ ਹੋ ਸਕਦੀ, ਹੈ ਜੀ। ਬਿਲਕੁਲ ਉਦਾਂ ਪ੍ਰਧਾਨ ਮੰਤਰੀ ਸਾਹਿਬ ਦੇਖੋ, ਮੈਂ ਸੁਣਿਆ ਸੀ ਚੋਣਾਂ ਤੋਂ ਪਹਿਲਾਂ ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਥੋੜੇ ਜਿਹੇ ਘੰਟੇ ਹੀ ਸੌਂਦੇ ਆ। ਕਿੰਨੇ ਘੰਟੇ ਸੌਂਦੇ? 3.5 ਮੈਂ ਸੁਣਿਆ, 5.5 5.5 ਘੰਟੇ 3.5 5.5 ਹਨਾ 5.5। ਹੁਣ ਜਿਹੜੇ ਮੁਲਕ ਦਾ ਪ੍ਰਧਾਨ ਮੰਤਰੀ ਕਹਿੰਦੇ ਦਿਨ ਰਾਤ ਕੰਮ ਕਰਦੇ ਰਹਿੰਦੇ ਨੇ ਮੋਦੀ ਸਾਹਿਬ, ਜਿਹੜੇ ਮੁਲਕ ਦਾ ਪ੍ਰਧਾਨ ਮੰਤਰੀ 5-5.5 ਘੰਟੇ ਸੌਂਦਾ ਹੋਵੇ, ਬਾਕੀ ਸਮਾਂ ਕੰਮ ਕਰਦਾ ਹੋਵੇ, ਤੇ ਮੰਤਰੀ 2 ਵਜੇ ਮੀਟਿੰਗਾਂ ਕਰਦੇ ਆ, ਹੈ ਜੀ। ਜੀ ਇਹ ਮੰਤਰੀਆਂ ਨੂੰ ਵੀ ਥੋੜਾ ਜਿਹਾ ਮੋਦੀ ਸਾਹਿਬ ਦੇ ਨਾਲ ਮੋਢਾ ਮਾੜਾ ਜਿਹਾ ਜੋੜ ਲੈਣਾ, ਮੋਢਾ ਘਸਾ ਹੀ ਲੈਣ ਮੋਦੀ ਸਾਹਿਬ ਦੇ ਮੋਢੇ ਨਾਲ, ਜੀ ਥੋੜਾ ਜਿਹਾ ਜਿਵੇਂ ਬੈਟਰੀ ਚਾਰਜ ਹੋ ਜਾਂਦੀ, ਇਹਨਾਂ ਨੂੰ ਵੀ ਥੋੜੇ ਚਾਰਜ ਹੋ ਜਾਣ। ਵੀ ਮੀਟਿੰਗ ਸਵੇਰੇ ਰੱਖੋ ਜੀ। ਦੱਸੋ, ਸਕੂਲਾਂ 'ਚ ਵੀ, ਸਕੂਲਾਂ ਦਾ ਸਮਾਂ ਵੀ 8 ਵਜੇ ਹੁੰਦਾ, ਅਸੀਂ ਪ੍ਰਾਰਥਨਾ ਵੀ ਕਰ ਲੈਂਦੇ ਸੀ 8 ਵਜੇ ਤੱਕ, ਪੀਟੀ ਪੂਟੀ ਵੀ ਕਰ ਲੈਂਦੇ ਸੀ ਕਦੇ। ਜੀ ਸੋ ਇਹ ਬੜੀ ਹੈਰਾਨੀ ਵਾਲੀ ਗੱਲ ਹੈ, 2 ਘੰਟੇ ਦੀ ਮੀਟਿੰਗ ਦੀ ਕਰਕੇ ਪਤਾ ਨਹੀਂ ਕਿੱਧਰ ਨੂੰ ਚਲੇ ਜਾਂਦੇ ਜੀ। ਤੇ ਡੱਲਾ ਜੀ, ਲੱਗਦਾ ਇੱਥੇ ਇਹ ਵੀ ਹੈ ਕਿ ਜਿਹੜੇ 2 ਵਜੇ ਮੀਟਿੰਗ ਕਰਨ ਦੇ ਪਿੱਛੇ ਜਿਹੜੀ ਪਹਿਲਾਂ ਅਫਸਰਾਂ ਦੇ ਨਾਲ ਬੈਠਕਾਂ ਹੁੰਦੀਆਂ ਉਹ ਵੀ ਉਸੇ ਦਿਨ ਦੇ ਵਿੱਚ ਨਿਬੇੜ ਲੈਂਦੇ ਨੇ, ਕਿਤੇ ਰਾਤ ਨੂੰ ਭੁੱਲ ਨਾ ਜਾਈਏ ਕੱਲ ਅਫਸਰਾਂ ਨੇ ਸਮਝਾਇਆ ਕੀ ਸੀ।
ਦੇਖੋ ਉਹੀ ਗੱਲ ਹੈ ਨਾ ਜੀ। ਦੇਖੋ ਅੱਜ ਮੈਂ ਕਈ ਜਿਹੜੇ ਸਾਡੇ ਲੀਡਰ ਨੇ ਖੇਤੀਬਾੜੀ ਦੇ, ਉਹਨਾਂ ਦੀ ਗੱਲ ਸੁਣ ਰਿਹਾ ਸੀ ਜੀ ਉਹ ਕਹਿੰਦੇ ਅਫਸਰਾਂ ਨੂੰ ਆਪ ਜ਼ਮੀਨੀ ਹਕੀਕਤ ਨਹੀਂ ਪਤਾ, ਅਫਸਰਾਂ ਦੇ ਕਹੇ ਮੁਤਾਬਕ ਹੀ ਮੰਤਰੀ ਬੋਲੀ ਜਾਂਦੇ। ਜੀ ਔਰ ਕਈ ਆંકੜੇ ਜਿਹੜੇ ਮੰਤਰੀ ਨੇ ਉਹਨਾਂ ਕੋਲੇ ਦਰੁਸਤ ਨਹੀਂ ਹੁੰਦੇ, ਕਿਉਂਕਿ ਆંકੜੇ ਅਫਸਰਾਂ ਕੋਲੇ ਦਰੁਸਤ ਨਹੀਂ ਹੁੰਦੇ। ਸੋ ਅਫਸਰਸ਼ਾਹੀ ਤੇ ਪੂਰਾ ਦੇਖੋ, ਅਫਸਰ ਸਿਆਣੇ ਵੀ ਨੇ, ਸਾਰੇ ਅਫਸਰ ਮਾੜੇ ਨਹੀਂ ਹੁੰਦੇ। ਟਰੱਕ 'ਚ ਸਾਰੀਆਂ ਇੱਟਾਂ ਪਿੱਲੀਆਂ ਨਹੀਂ ਹੁੰਦੀਆਂ, ਅੱਬਲ ਵੀ ਹੁੰਦੀਆਂ, ਚੰਗੀਆਂ ਇੱਟਾਂ ਵੀ ਹੁੰਦੀਆਂ ਨੇ ਟਰੱਕ 'ਚ। ਕਈ ਵਾਰੀ ਤਾਂ ਸਾਰੀਆਂ ਹੀ ਚੰਗੀਆਂ ਹੁੰਦੀਆਂ, ਕਈ ਵਾਰੀ ਸਾਰੀਆਂ ਹੀ ਪਿੱਲੀਆਂ ਹੁੰਦੀਆਂ, ਪਰ ਅਫਸਰ ਨੇ ਜਿਹੜੇ ਚੰਗੇ ਵੀ ਹੁੰਦੇ ਨੇ। ਪਰ ਦੇਖੋ ਇਹ ਤਾਂ ਕਿਸਮਤ ਹੈ, ਜੇ ਕਿਤੇ ਅਫਸਰ ਚੰਗਾ ਹੋ ਸਕਦਾ ਮੰਤਰੀ ਨਾ ਚੰਗਾ ਹੋਵੇ, ਜੇ ਕਿਤੇ ਮੰਤਰੀ ਚੰਗਾ ਹੋ ਸਕਦਾ ਅਫਸਰ ਨਾ ਚੰਗਾ ਹੋਵੇ। ਇਹ ਤਾਂ ਹੁਣ ਕਿਸਮਤ ਦੀ ਗੱਲ ਹੈ, ਪਰ ਨਿਰਾ ਪੂਰਾ ਅਫਸਰਾਂ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ, ਕਿਉਂਕਿ ਅਫਸਰ ਇੱਕ ਤਾਂ ਰਿਪੋਰਟ ਨਹੀਂ ਨਾ ਕਰਦਾ ਮੰਤਰੀ ਨੂੰ। 10-10 12-12 ਅਫਸਰ ਹੁੰਦੇ ਨੇ ਜਿਹੜੇ ਮੀਟਿੰਗਾਂ 'ਚ ਆਉਂਦੇ ਨੇ, ਇਕੱਲੇ ਮਹਿਕਮਿਆਂ ਦੇ, ਪਲੈਨਿੰਗ ਦਾ ਅਲੱਗ, ਐਗਰੀਕਲਚਰ ਦਾ ਅਲੱਗ, ਪ੍ਰਾਈਜ਼ ਵਾਲੇ ਅਲੱਗ, ਫਾਈਨਾਂਸ ਮਿਨਿਸਟਰੀ ਦਾ ਅਲੱਗ, ਰੇਲਵੇ ਮਿਨਿਸਟਰੀ ਦਾ ਅਲੱਗ, 77 ਲੈਵਲ ਦੇ ਅਫਸਰ ਬਹੁਤ ਆਉਂਦੇ ਆ ਉੱਥੇ ਮੀਟਿੰਗਾਂ 'ਚ। ਜੀ ਤੇ ਡੱਲਾ ਜੀ, ਉਧਰ ਗਵਰਨਰ ਸਾਹਿਬ ਹੁਣਾਂ ਦਾ ਜੋ ਸਿਲਸਿਲਾ ਤਲਬ ਕੀਤਾ ਸੀ ਉਹਨਾਂ ਨੇ ਪੰਜਾਬ ਦੇ ਤੋਂ ਵੱਡੇ ਅਫਸਰਾਂ ਨੂੰ, ਉਸ ਤੋਂ ਬਾਅਦ ਸਿਆਸਤ ਗਰਮਾਈ ਹੈ, ਕਾਂਗਰਸ ਦਾ ਜਵਾਬ ਦਿੱਤਾ ਕਿਉਂਕਿ ਕਾਂਗਰਸ ਦੀ ਸਰਕਾਰ ਸੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆ ਹੈ, ਉਹ ਕਹਿੰਦੇ ਕਿ ਮੈਂ ਹੁਣ ਤੱਕ ਜਦੋਂ ਸੀ ਭਾਈਵਾਲ ਵੀ ਸੀ ਉਦੋਂ ਵੀ ਮੈਂ ਜਿਹੜੀਆਂ ਚਿੱਠੀਆਂ ਵੱਖੋ ਵੱਖਰੇ ਸਮੇਂ ਦੇ ਉੱਖਾਂ ਗੱਲਾਂ ਨੂੰ ਲੈ ਕੇ ਦੇ ਕੇ ਆਇਆ ਇਹਨਾਂ ਨੂੰ, ਪਰ ਕਹਿੰਦੇ ਇਹਨਾਂ ਨੇ ਕਿਸੇ ਗੱਲ ਦਾ ਮੇਰੇ ਦੇ ਉੱਤੇ ਕਦੇ ਇੰਨੀ ਜਲਦੀ ਜਿਹੜਾ ਐਕਸ਼ਨ ਨਹੀਂ ਲਿਆ। ਹਾਲਾਂਕਿ ਹਜੇ ਤੱਕ ਐਕਸ਼ਨ ਨਹੀਂ ਲਿਆ, ਪਰ ਕਹਿੰਦੇ ਭਾਜਪਾ ਦੀ ਚਿੱਠੀ ਤੇ ਐਕਸ਼ਨ ਆਉਣਾ ਕਿਤੇ ਨਾ ਕਿਤੇ ਸਿਆਸਤ ਹੈ। ਚਿੱਠੀ ਦੇਣ ਦਾ ਮਤਲਬ ਇਹ ਹੈ ਕਿ ਆ ਭਾਜਪਾ ਵਾਲਿਆਂ ਨੇ ਚਿੱਠੀ ਦਿੱਤੀ, ਆ ਗਵਰਨਰ ਸਾਹਿਬ ਕਿੱਡੇ ਸਾਡੇ ਤੁਰੰਤ ਹਰਕਤ 'ਚ ਆਏ, ਬੜਾ ਚੰਗਾ ਲੱਗਿਆ ਦੇਖ ਕੇ ਵੀ। ਦੇਖੋ ਜੀ ਗਵਰਨਰ ਸਾਹਿਬ ਕਿੱਡੇ ਐਕਟਿਵ ਨੇ। ਪਰ ਇਸ ਤੋਂ ਪਹਿਲਾਂ ਕਿੰਨੇ ਮਸਲਿਆਂ ਤੇ ਗਵਰਨਰ ਸਾਹਿਬ ਨੂੰ ਚਿੱਠੀਆਂ ਦਿੱਤੀਆਂ। ਸ਼ਰਾਬ ਪੀ ਸਾਡੇ ਲੋਕ ਦੁਨੀਆ ਤੋਂ ਚਲੇ ਗਏ, ਨਸ਼ਿਆਂ ਵਾਲੇ ਕਿੰਨੇ ਸਾਡੇ ਪੂਰੇ ਹੋ ਗਏ, ਸਾਡੇ ਪਾਣੀ ਕਿੱਡਾ ਗੰਦਾ ਸੀ। ਆ ਮੈਂ ਆਮ ਆਦਮੀ ਪਾਰਟੀ ਵਾਲੇ ਦੇਖਿਆ ਵਿਚਾਰੇ ਸਿੱਧੇ ਉੱਥੇ ਗਏ, ਕੱਲਾ ਚੰਡੀਗੜ੍ਹ ਧਰਨਾ ਲਾਉਂਦੇ, ਮੰਗ ਪੱਤਰ ਦੇ ਕੇ ਆਏ। ਮੈਂ ਕਹਿੰਦਾ ਇੰਨੀਆਂ ਫੋਟੋ ਕਾਪੀਆਂ ਗਵਰਨਰ ਸਾਹਿਬ ਦੇ ਦਫ਼ਤਰ 'ਚ ਦੇ ਆਏ ਹੋਣੇ ਨੇ ਸਾਡੇ ਲੀਡਰ ਮੰਗਾਂ ਨੂੰ ਲੈ ਕੇ, ਕਦੀ ਆਪ ਵਾਲੇ, ਕਦੀ ਅਕਾਲੀ ਦਲ ਵਾਲੇ, ਕਦੀ ਬੀਜੇਪੀ ਵਾਲੇ, ਕਦੀ ਕਾਂਗਰਸ ਵਾਲੇ, ਕਦੀ ਕੋਈ ਸਮਾਜ ਸੇਵੀ ਜਥੇਬੰਦੀਆਂ ਵਾਲੇ, ਪਰ ਕੋਈ ਐਡੀ ਜ਼ਿਆਦਾ ਫੁਰਤੀ ਨਹੀਂ ਦਿਖੀ ਜਿੰਨੀ ਬੀਜੇਪੀ ਦੀ ਜਿਹੜੀ ਦਰਖਾਸਤ ਗਈ ਆ ਉਹਦੇ ਤੇ ਦਿਖੀ ਆ। ਹੁਣ ਸੁਖਬੀਰ ਬਾਦਲ ਨੇ ਉਹੀ ਤੰਜ ਕੀਤਾ। ਸੁਖਬੀਰ ਬਾਦਲ ਕਹਿੰਦਾ ਕਿ ਜਿਹੜੇ ਸਾਡੇ ਰਾਜਪਾਲ ਨੇ, ਮੈਂ ਉਵੇਂ ਹੀ ਸ਼ਬਦ ਬੋਲਦਾ ਜਿਵੇਂ ਸੁਖਬੀਰ ਬਾਦਲ ਨੇ ਕਿਹਾ। ਸੁਖਬੀਰ ਬਾਦਲ ਕਹਿੰਦਾ ਜਿਹੜੇ ਰਾਜਪਾਲ ਨੇ ਨਾ ਜੀ ਸੂਬਿਆਂ ਦੇ, ਉਹ ਕੇਂਦਰ ਦੇ ਇਸ਼ਾਰੇ ਤੇ ਸੂਬਿਆਂ ਨੂੰ ਤੰਗ ਕਰ ਰਹੇ ਨੇ। ਦੇਖੋ ਹੁਣ ਸੁਖਬੀਰ ਬਾਦਲ ਦਾ ਆਪਣਾ ਤਜਰਬਾ ਹੈ, ਕਿਉਂਕਿ ਉਹ ਸੱਤਾ 'ਚ ਰਿਹਾ ਜੀ। ਹਰਸਿਮਰਤ ਕੌਰ ਬਾਦਲ ਸੁਖਬੀਰ ਬਾਦਲ ਦੀ ਧਰਮ ਪਤਨੀ, ਉਹ ਤਾਂ ਆਪ ਕੈਬਨਿਟ ਮੰਤਰੀ ਸੀ। ਇਹ ਪਹਿਲੀ ਵਾਰੀ ਤਾਂ ਇਲਜ਼ਾਮ ਲੱਗੇ ਨਹੀਂ ਰਾਜਪਾਲਾਂ ਤੇ, ਪਹਿਲਾਂ ਵੀ ਬੜੇ ਲੱਗੇ। ਇੱਕ ਆ ਮੁੰਬਈ ਵਾਲੇ ਰਾਜਪਾਲ ਵੀ ਸੀ, ਉਹਨਾਂ ਨੇ ਅੱਧੀ ਕੁ ਰਾਤ ਨੂੰ ਸੁਨੇਹੇ ਲਾਤੇ, ਇਕੱਠੇ ਹੋ ਗਏ ਲੀਡਰ। ਉਹ ਉੱਥੋਂ ਦੇ ਇੱਕ ਪਵਾਰ ਸੀ, ਇੱਕ ਉਹਨਾਂ ਦਾ ਫੜਨਵੀਸ ਸੀ ਜੀ। ਉਹ ਸਵੇਰ ਨੂੰ ਤੜਕਸਾਰ ਨੂੰ ਸੌਂ ਹੀ ਚਕਾਤੀ ਸਵੇਰੇ ਜੀ, ਹੈ ਜੀ। ਜਲਦੀ ਸਕੂਲ ਜਾਣ ਵਾਲੇ ਨਿਆਣੇ ਵੀ ਨਹੀਂ ਉੱਠੇ ਸੀ ਇੰਨੇ ਸਮੇਂ 'ਚ, ਤੇ ਸੌਂ ਵੀ ਉਹਨਾਂ ਨੇ ਚਕਾਤੀ ਸਵੇਰੇ ਜੀ। ਔਰ ਆ ਪੱਛਮੀ ਬੰਗਾਲ ਦੇਖ ਲਓ, ਇੱਥੇ ਵੀ ਰਾਜਪਾਲ ਸਾਹਿਬ ਔਰ ਬੀਬੀ ਮਮਤਾ ਬਨਰਜੀ ਦੇ ਵਿੱਚ 36 ਦਾ ਅੰਕੜਾ ਚੱਲ ਰਿਹਾ। ਆ ਹੁਣ ਸੁਖਬੀਰ ਨੇ ਨਵੀਂ ਗੱਲ ਕਰਤੀ, ਉਹ ਕਹਿੰਦਾ ਕੇਂਦਰ ਦੇ ਇਸ਼ਾਰੇ ਤੇ ਰਾਜਪਾਲ ਸੂਬਿਆਂ ਨੂੰ ਤੰਗ ਕਰ ਰਹੇ ਨੇ। ਹੁਣ ਸੁਖਬੀਰ ਨੂੰ ਕਿਵੇਂ ਪਤਾ ਲੱਗ ਗਿਆ, ਬੜੀ ਹੈਰਾਨੀ ਵਾਲੀ ਗੱਲ ਹੈ। ਪਰ ਜੇ ਗੱਲ ਸੱਚੀ ਹੈ ਸੁਖਬੀਰ ਦੀ, ਕਿਉਂਕਿ ਸੁਖਬੀਰ ਦੀ ਪਤਨੀ ਮੰਤਰੀ ਰਹੀ ਹੈ, ਸੁਖਬੀਰ ਆਪ MP ਰਿਹਾ, ਬੀਜੇਪੀ ਨਾਲ ਗੱਠਜੋੜ ਹੈ, ਤੇ ਫਿਰ ਇਹ ਬੜੀ ਅਫਸੋਸਜਨਕ ਗੱਲ ਹੈ ਕਿ ਕੇਂਦਰ ਸਰਕਾਰ ਰਾਜਪਾਲਾਂ ਨੂੰ ਇਸ ਤਰੀਕੇ ਨਾਲ ਵਰਤ ਰਹੀ ਹੈ। ਦੇਖੋ ਇਲਜ਼ਾਮ ਇਹ ਕਾਂਗਰਸ ਤੇ ਵੀ ਲੱਗਦੇ ਸੀ, ਕਾਂਗਰਸ ਦੇ ਲੀਡਰ ਵੀ ਦੁੱਧ ਦੇ ਧੋਤੇ ਨਹੀਂ ਸੀ ਗਗਨ ਜੀ। ਕਾਂਗਰਸ ਦੇ ਲੀਡਰ 84 ਵੀ ਇਹਨਾਂ ਨੇ ਕਾਂਗਰਸੀਆਂ ਨੇ ਦਿੱਤੀ ਸੀ ਨਾ, 84 ਕਾਂਗਰਸੀਆਂ ਨੇ ਕੀਤੀ ਸੀ ਜੀ। ਸੋ ਕਾਂਗਰਸੀ ਵੀ ਰਾਜਪਾਲਾਂ ਦੀ ਦੁਰਵਰਤੋਂ ਕਰਦੇ ਰਹੇ ਨੇ। ਹੁਣ ਉਹੀ ਇਲਜ਼ਾਮ ਬੀਜੇਪੀ ਵਾਲਿਆਂ ਤੇ ਲੱਗ ਗਏ। ਆਮ ਲੋਕਾਂ ਨੂੰ ਲੱਗਦਾ ਸੀ ਵੀ ਇਹ ਬੀਜੇਪੀ ਵਾਲੇ ਤਾਂ ਬੜੇ ਸ਼ੁੱਧ ਨੇ ਜੀ, ਵੀ ਇਹ ਇਹੋ ਜਿਹਾ ਕੰਮ ਨਹੀਂ ਕਰਦੇ, ਪਰ ਸੁਖਬੀਰ ਕਹਿੰਦਾ ਇਹ ਵੀ ਇਹੋ ਜਿਹਾ ਕੰਮ ਕਰਦੇ ਆ, ਰਾਜਪਾਲਾਂ ਦੀ ਦੁਰਵਰਤੋਂ ਕਰਦੇ ਆ। ਪਰ ਇਹ ਹੋਣੀ ਨਹੀਂ ਚਾਹੀਦੀ। ਇਹ ਰਾਜਪਾਲਾਂ ਦੀ ਪਹਿਲੀ ਤਾਂ ਗੱਲ, ਮੈਂ ਬਾਰ-ਬਾਰ ਇਹ ਗੱਲ ਕਰਦਾ ਵੀ ਸਿਆਸੀ ਸ਼ੁੱਧੀਕਰਨ ਹੋਣਾ ਚਾਹੀਦਾ। ਕੋਈ ਵੀ ਸਾਬਕਾ MP MLA ਲੱਗਣਾ ਹੀ ਨਹੀਂ ਚਾਹੀਦਾ ਰਾਜਪਾਲ। ਫੌਜਾਂ ਦੇ ਮੁਖੀਆਂ ਨੂੰ ਲਾਓ, ਵੱਡੇ ਪੁਲਿਸ ਅਫਸਰਾਂ ਨੂੰ ਲਾਓ, ਦੂਸਰੇ ਮਹਿਕਮੇ ਦੇ ਅਫਸਰਾਂ ਨੂੰ ਲਾਓ, ਖੇਤੀਬਾੜੀ ਮਹਿਕਮੇ ਦੇ ਅਫਸਰ ਨੇ, ਬਿਜਲੀ ਬੋਰਡ ਦੇ ਅਫਸਰ ਨੇ, ਜਦੋਂ ਰਿਟਾਇਰ ਹੋ ਜਾਂਦੇ ਨੇ ਵੱਡੇ ਅਫਸਰ, ਉਹਨਾਂ ਨੂੰ ਯੋਗਤਾ ਮੁਤਾਬਕ ਸੰਵਿਧਾਨਕ ਅਹੁਦਿਆਂ ਤੇ ਲਾਓ, ਇੰਸਪੈਕਟਰ ਲੈਵਲ ਤੱਕ ਲਾਓ। ਮੈਂ ਤਾਂ ਕਹਿੰਦਾ ਹੌਲਦਾਰ ਵੀ ਕਿਤੇ ਵਧੀਆ ਫਿੱਟ ਹੁੰਦਾ ਸਰਕਾਰੀ ਪੱਧਰ ਤੇ, ਉਹਨੂੰ ਲਾਓ ਹੈ ਜੀ। ਹੌਲਦਾਰ ਦਾ ਵੀ ਆਪਣਾ ਤਜਰਬਾ ਜ਼ਿੰਦਗੀ ਦਾ, ਜ਼ਮੀਨ ਤੇ ਕੰਮ ਕੀਤਾ ਹੈ ਜੀ। ਬਿਲਕੁਲ।
ਤੇ ਡੱਲਾ ਜੀ ਉਧਰ ਇੱਕ ਪਾਸੇ ਪਹਿਲਾਂ ਪੰਜਾਬ ਦੇ ਵਿੱਚੋਂ ਖੇਤੀ ਕਾਨੂੰਨਾਂ ਦੇ ਖਿਲਾਫ ਮਤੇ ਪਾਸ ਹੁੰਦੇ ਨੇ, ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ, ਫਿਰ ਉਸ ਤੋਂ ਬਾਅਦ ਰਾਜਸਥਾਨ ਦੀ ਵਾਰੀ ਆਉਂਦੀ ਹੈ, ਫਿਰ ਦਿੱਲੀ ਦੀ, ਫਿਰ ਕੇਰਲਾ ਦੀ, ਹੁਣ ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਵੀ ਕਹਿੰਦੇ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦੀਆਂ ਤਿਆਰੀਆਂ 'ਚ ਨੇ। ਉਧਰ ਨੂੰ ਕਿੱਦਾਂ ਵੇਖ ਰਹੇ ਹੋ ਫਿਰ ਦੇਖੋ ਤੁਸੀਂ? ਮਮਤਾ ਬੈਨਰਜੀ ਹੁਣੀ ਵੀ ਦੇਖੋ ਹੁਣ ਸੈਸ਼ਨ ਬੁਲਾ ਰਹੇ ਨੇ, ਕਿਉਂਕਿ ਉਹਨਾਂ ਨੂੰ ਵੀ ਲੱਗਦਾ ਹੈ ਕਿ ਇਹ ਬਹੁਤ ਵੱਡਾ ਮੁੱਦਾ ਜਿਹੜਾ ਇਹ ਬਣ ਚੁੱਕਿਆ ਹੈ ਔਰ ਪੂਰੇ ਮੁਲਕ ਦੇ ਕਿਸਾਨ ਇਕੱਠੇ ਹੋ ਰਹੇ ਨੇ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿਹੜੇ-ਕਿਹੜੇ ਸੂਬਿਆਂ 'ਚ ਜਿਹੜੇ ਖੇਤੀ ਕਾਨੂੰਨਾਂ ਖਿਲਾਫ ਪ੍ਰਸਤਾਵ ਪਾਰ ਕਰਤੇ। ਜੀ ਦੇਖੋ ਇੱਕ ਤਾਂ ਹੈਗਾ ਰਾਜਸਥਾਨ, ਪੰਜਾਬ ਨੰਬਰ 1 ਤੇ ਹੈ, ਜੀ ਫਿਰ ਰਾਜਸਥਾਨ ਵੀ ਹੈ, ਫਿਰ ਕੇਰਲ ਵੀ ਹੈ, ਕੇਰਲ 'ਚ ਵੀ ਇਹਨਾਂ ਦੇ ਖਿਲਾਫ ਪ੍ਰਸਤਾਵ ਪਾਸ ਕੀਤੇ ਗਏ, ਫਿਰ ਪਾਂਡੀਚੇਰੀ ਹੈ, ਹਾਂਜੀ ਪਾਂਡੀਚੇਰੀ ਕਹਿੰਦੇ ਜੀ। ਆਪਾਂ ਜੀ, ਪਾਂਡੂਚੇਰੀ, ਜੀ ਤੇ ਫਿਰ ਛੱਤੀਸਗੜ੍ਹ ਵੀ ਹੈ। ਤੇ ਇਹ ਪੰਜਾਂ ਨੇ ਤਾਂ ਪ੍ਰਸਤਾਵ ਪਾਰਿਤ ਕਰਤੇ। ਇੱਕ ਆਪਣੇ ਆ ਕੇਜਰੀਵਾਲ ਵਾਲਾ ਵੀ ਵਿਧਾਨ ਸਭਾ ਹੈਗੀ ਹੈ ਜਿੱਥੇ ਫੋਟੋਕਾਪੀਆਂ ਪਾੜੀਆਂ ਨੇ, ਜੀ ਉੱਥੇ ਫੋਟੋਕਾਪੀਆਂ ਪਾੜਤੀਆਂ ਇਹਨਾਂ ਕਾਨੂੰਨਾਂ ਦੇ ਖਿਲਾਫ। ਹੁਣ ਬੀਬੀ ਮਮਤਾ ਬੈਨਰਜੀ ਪੱਛਮੀ ਬੰਗਾਲ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਬੁਲਾ ਰਹੇ ਨੇ ਔਰ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਹਨਾਂ ਖੇਤੀਬਾੜੀ ਕਾਨੂੰਨਾਂ ਨੂੰ ਉਹ ਵੀ ਉੱਥੇ ਰੱਦ ਕਰਨਗੇ। ਦੇਖੋ ਇਹ ਹੁਣ ਤੱਕ 5 ਸੂਬੇ ਰੱਦ ਕਰ ਚੁੱਕੇ ਆ। ਅਗਰ ਪੱਛਮੀ ਬੰਗਾਲ ਵੀ ਰੱਦ ਕਰ ਦਿੰਦਾ, 6 ਸੂਬੇ ਰੱਦ ਕਰ ਚੁੱਕੇ ਆ, ਇੱਕ ਸੂਬਾ ਫੋਟੋਕਾਪੀਆਂ ਪਾੜ ਚੁੱਕਿਆ। ਜੀ ਕੱਲ ਨੂੰ ਸੁਪਰੀਮ ਕੋਰਟ 'ਚ ਲੜਾਈ ਤਾਂ ਚੱਲ ਹੀ ਰਹੀ ਹੈ, ਇਹ ਸਿਆਸੀ ਇਹਦੇ ਤੇ ਸੁਣਵਾਈ ਤਾਂ ਚੱਲ ਹੀ ਰਹੀ ਹੈ। ਅੱਜ ਸੁਣਵਾਈ ਵੀ ਹੈ ਜੀ, ਸੁਣਵਾਈ ਵੀ ਅੱਜ ਇਹਦੇ ਤੇ ਕੁਝ ਨਾ ਕੁਝ ਅਸੀਂ ਆਸ ਕਰਦੇ ਹਾਂ ਕਿ ਸੁਪਰੀਮ ਕੋਰਟ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਲੋਕਤੰਤਰ ਦੀ ਬਹਾਲੀ ਕਰਾਵੇ, ਕਿਸਾਨਾਂ ਦੇ ਹੱਕ 'ਚ ਫੈਸਲਾ ਆਵੇ। ਪਹਿਲਾਂ ਵੀ ਸੁਪਰੀਮ ਕੋਰਟ ਬਹਾਲੀ ਕਰਾ ਰਹੀ ਹੈ ਲੋਕਤੰਤਰ ਦੀ ਇਸ ਮਾਮਲੇ 'ਚ। ਔਰ ਹੁਣ ਕੀ ਹੈ ਕਿ ਹੁਣ 6-7 ਸੂਬੇ ਹੋ ਜਾਣਗੇ ਫਿਰ ਸੁਪਰੀਮ ਕੋਰਟ 'ਚ ਆਪਣਾ ਪੱਖ ਰੱਖਣ ਵਾਲੇ ਵੀ ਅਸੀਂ ਇਸ ਕਰਕੇ ਪ੍ਰਸਤਾਵ ਰੱਦ ਕੀਤੇ। ਔਰ ਮੈਂ ਇਹਦੇ ਵਿੱਚ ਇਹ ਵੀ ਦੱਸ ਦਵਾਂ, ਦੇਖੋ ਕਈ ਵਾਰੀ ਦੇਖੋ ਰਾਬਰਟ ਵਾਡਰਾ ਦੇ ਕਿੰਨੇ ਸਮੇਂ ਪੁੱਛਗਿੱਛ ਨਹੀਂ ਸੀ ਹੋਈ। ਪਿਛਲੀਆਂ ਚੋਣਾਂ ਤੋਂ ਬਾਅਦ ਰਾਬਰਟ ਵਾਡਰਾ ਨੂੰ ਕਦੀ ਨਹੀਂ ਸੀ ਸੱਦਿਆ ਗਿਆ ਸੀ ਪੁੱਛਗਿੱਛ ਲਈ। ਲੈ ਹੁਣ ਇਨਕਮ ਟੈਕਸ ਮਹਿਕਮੇ ਵਾਲਿਆਂ ਨੇ ਰਾਬਰਟ ਵਾਡਰਾ ਤੋਂ ਵੀ ਪੁੱਛਗਿੱਛ ਕਰ ਲਈ। ਉਹ ਕਹਿੰਦਾ ਸੱਚ ਦੀ ਜਿੱਤ ਹੋਊ, ਮੇਰੇ ਕੋਲੇ ਕੁਝ ਨਹੀਂ ਲੁਕਾਉਣ ਲਈ। ਉਦਾਂ ਤਾਂ ਪੈਸੇ ਤਾਂ ਹੋਣੇ, ਮਾਇਆ ਤਾਂ ਹੋਣੀ ਹੈ। ਰਾਬਰਟ ਵਾਡਰਾ ਵੀ ਚੰਗਾ ਕਾਰੋਬਾਰ ਹੈ, ਜੀ ਪਰ ਉਹ ਕਹਿੰਦਾ ਮੇਰੇ ਕੋਲੇ ਗਲਤ ਕੁਝ ਨਹੀਂ ਤੇ ਲੁਕਾਉਣ ਨੂੰ ਕੁਝ ਨਹੀਂ, ਸਭ ਕੁਝ ਟਰਾਂਸਪੇਰੈਂਟ ਹੈ। ਪਰ ਇਹ ਮੈਨੂੰ ਇਹ ਵੀ ਲੱਗਦਾ ਕਿ ਇਹ ਵੀ ਕੋਸ਼ਿਸ਼ ਇਹੀ ਹੈ ਵੀ ਜਿਹੜਾ ਗੋਦੀ ਮੀਡੀਆ, ਜਿਹੜਾ ਮੀਡੀਆ ਗੋਦੀ 'ਚ ਬੈਠਾ ਰਹਿੰਦਾ ਜੀ, ਉਹ ਤੁਰੰਤ ਛੜੱਪਾ ਮਾਰ ਕੇ ਹੁਣ ਰਾਬਰਟ ਵਾਡਰਾ ਦੀਆਂ ਖਬਰਾਂ ਦਿਖਾਉਣ ਲੱਗ ਜੂ। ਜੀ ਉਹਨਾਂ ਨੂੰ ਇਹ ਹੁੰਦਾ ਵੀ ਆਪਾਂ ਕਿਸਾਨ ਅੰਦੋਲਨ ਤੋਂ ਧਿਆਨ ਭੰਗ ਕਰ ਦਈਏ, ਹਾਂਜੀ। ਪਰ ਦੇਖੋ ਜੋ ਮਰਜ਼ੀ ਕਰ ਲੈਣ, ਗੋਦੀ ਮੀਡੀਆ ਜਿੱਥੇ ਮਰਜ਼ੀ ਬਹਿ ਜਾਏ ਗੋਦੀ ਚੜ੍ਹ ਕੇ। ਪਰ ਹੁਣ ਮੀਡੀਆ ਦੇ ਵੱਖ-ਵੱਖ ਅੰਗ ਨੇ ਔਰ ਲੋਕਾਂ ਨੂੰ ਪਤਾ ਲੱਗ ਗਿਆ ਕਿ ਸੋਸ਼ਲ ਮੀਡੀਆ 'ਚ ਜਿਹੜੇ ਲੋਕ ਸੱਚ ਦੇ ਨਾਲ ਖੜੇ ਨੇ ਉਹ ਰਿਪੋਰਟਿੰਗ ਕਰ ਦੇਣਗੇ ਸੱਚੀ, ਬਿਲਕੁਲ ਉਹ ਸੱਚੀ ਰਿਪੋਰਟਿੰਗ ਕਰ ਦਿੰਦੇ ਨੇ। ਦੇਖੋ ਪੰਜਾਬ ਦੇ ਵੀ ਕਿੰਨੇ ਪੱਤਰਕਾਰ ਨੇ ਜਿਹੜੇ ਕਿੰਨੀ ਵਧੀਆ ਰਿਪੋਰਟਿੰਗ ਕਰ ਰਹੇ ਨੇ ਉੱਥੇ, ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ, ਵਿਗਿਆਨ ਭਵਨ ਤੇ। ਸੋ ਸਾਰੇ ਜਿਹੜੇ ਪੱਤਰਕਾਰ ਨੇ ਪੰਜਾਬ ਨਾਲ ਸੰਬੰਧਿਤ, ਪੰਜਾਬੀ ਨਾਲ ਸੰਬੰਧਿਤ ਜਿਹੜੇ ਨਿਰਪੱਖ ਪੱਤਰਕਾਰਤਾ ਕਰ ਰਹੇ ਨੇ, ਉਹ ਸਾਰਿਆਂ ਦਾ ਵੀ ਧੰਨਵਾਦ ਬਣਦਾ ਹੈ ਕਿ ਮਿਲ ਜੁਲ ਕੇ ਪੰਜਾਬ ਇਸੇ ਤਰ੍ਹਾਂ ਆਪਾਂ ਸਾਂਭਣਾ ਤੇ ਬਚਾਉਣਾ। ਸੋ ਅੱਜ ਦੇਸ਼ ਦੀ ਸਰਵਉੱਚ ਅਦਾਲਤ ਦੇ ਵਿੱਚ ਵੀ ਕਿਸਾਨੀ ਅੰਦੋਲਨ ਨੂੰ ਲੈ ਕੇ ਸੁਣਵਾਈ ਹੈ। ਉਮੀਦ ਕਰਦੇ ਹਾਂ ਕਿ ਸਰਵਉੱਚ ਅਦਾਲਤ ਹੀ ਕੋਈ ਨਾ ਕੋਈ ਫੈਸਲਾ ਕਿਸਾਨੀ ਹੱਕ ਦੇ ਵਿੱਚ ਲਗਾਤਾਰ ਜੋ ਕਿਸਾਨ ਇਸ ਧਰਤੀ ਤੋਂ ਜਾ ਰਹੇ ਨੇ ਉਹਨਾਂ ਨੂੰ ਵੇਖਦੇ ਹੋਏ ਕੋਈ ਫੈਸਲਾ ਵਧੀਆ ਲੈ ਲਵੇ ਤਾਂ ਜੋ ਕਿਸਾਨ ਸਾਡੇ ਘਰਾਂ ਨੂੰ ਪਰਤ ਸਕਣ। ਪਿਛਲੀ ਵਾਰ ਦੀ ਸੁਣਵਾਈ ਦੇ ਵਿੱਚ ਜ਼ਰੂਰ ਕਿਸਾਨੀ ਹੱਕ ਦੇ ਵਿੱਚ ਜਿਹੜੀ ਗੱਲ ਦੇਸ਼ ਦੀ ਸਰਵਉੱਚ ਅਦਾਲਤ ਦੇ ਵੱਲੋਂ ਕੀਤੀ ਗਈ ਹੈ ਤੇ ਅੱਜ ਵੀ ਉਸੇ ਤਰ੍ਹਾਂ ਦੀ ਉਮੀਦ ਕਰਾਂਗੇ। ਸੋ ਇਹਨਾਂ ਉਮੀਦਾਂ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲਵਾਂਗੇ, ਫਿਰ ਅਗਲੇ ਪ੍ਰੋਗਰਾਮਾਂ ਦੇ ਵਿੱਚ ਮਿਲਦੇ ਹਾਂ। ਫਿਲਹਾਲ ਦੇ ਲਈ ਇਜਾਜ਼ਤ, ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ।